ਤੇ ਸੁੱਚਾ ਸੌਦਾ ਕੀਤਾ। ਸੁੱਚਾ ਸੌਦਾ ਕਰਦਿਆਂ ਸੱਚ ਅਖੰਡ ਵੀ ਗੱਲ ਹੋਈ ਉੱਥੇ। ਫਰੂਕਾਬਾਦ ਦੇ ਪਿੰਡ ਸੁੱਚਾ ਸੌਦਾ ਦੇ ਇਲਾਕੇ ਵਿੱਚ ਮੌਜੂਦ ਹਾਂ। ਬਾਬਾ ਗੁਰੂ ਨਾਨਕ ਜੀ ਦੇਵ ਜੀ 15 ਅਪ੍ਰੈਲ 1469 ਨੂੰ ਨਨਕਾਣਾ ਸਾਹਿਬ ਵਿੱਚ ਪੈਦਾ ਹੋਏ। ਬਚਪਨ ਦੇ ਵਿੱਚ ਉਹਨਾਂ ਦੀ ਅਦਾਤ ਸਨ ਜਿਹੜੀਆਂ ਉਹ ਨਮਕੀਲੀਆਂ ਸਨ। ਫਰੂਕਾਬਾਦ ਦੇ ਪਿੰਡ ਸੁੱਚਾ ਸੌਦਾ ਦੇ ਇਲਾਕੇ ਵਿੱਚ ਮੌਜੂਦ ਹਾਂ। ਇਹ ਜਿਹੜੀ ਤੁਸੀਂ ਇਮਾਰਤ ਵੇਖਦੇ ਪਏ ਹੋ, ਇਹ ਜਿਹੜਾ ਗੁਰਦੁਆਰਾ ਵੇਖਦੇ ਪਏ ਹੋ, ਇਹ ਗੁਰਦੁਆਰਾ ਦੀ ਤਰੀਖ ਤੁਹਾਨੂੰ ਦੱਸਾਂਗੇ ਕਿ ਬਾਬਾ ਜੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਨੇ ਤੇ ਉਹਨੇ ਇੱਥੇ ਆ ਕੇ ਕੀ ਕੀਤਾ ਹੋਵੇ। ਜਿਹੜੀ ਇਹ ਬਿਲਡਿੰਗ ਅੱਜ ਵੀ ਕਈ ਸਦੀਆਂ ਗੁਜ਼ਰਨ ਦੇ ਬਾਵਜੂਦ ਵੀ ਅੱਜ ਮੌਜੂਦ ਹੈ। ਸਾਡੇ ਨਾਲ ਮੁਕਾਮੀ ਰਿਹਾਇਸ਼ੀ ਇੱਥੋਂ ਦੇ ਵਕਾਸ ਸਾਹਿਬ ਨੇ। ਵਕਾਸ ਸਾਹਿਬ ਨਾਲ ਗੱਲ ਕਰਾਂਗੇ ਕਿ ਇਸ ਬਿਲਡਿੰਗ ਦੇ ਬਾਰੇ ਸਾਨੂੰ ਕੀ ਜਾਣਕਾਰੀ ਦੇਣਗੇ। ਤੇ ਇਹ ਬੜੀ ਇੱਕ ਨਮਕੀਲੀ ਸਾਨੂੰ ਤੁਸੀਂ ਜਗ੍ਹਾ ਤੇ ਲੈ ਕੇ ਆਏ ਹੋ, ਸੱਚਖੰਡ। ਇਹਦੇ ਬਾਰੇ ਕੀ ਜਾਣਕਾਰੀ ਰੱਖਦੇ ਹੋ, ਕਿਉਂਕਿ ਤੁਸੀਂ ਮੁਕਾਮੀ ਹੋ ਤੇ ਮੇਰੇ ਜਿੰਨੇ ਵੀ ਸੁਣਨ ਵਾਲੇ ਨੇ ਪਾਕਿਸਤਾਨ ਤੋਂ ਬਾਹਰ ਜਿੰਨੇ ਵੀ ਸਾਨੂੰ ਸਿੱਖ ਕਮਿਊਨਿਟੀ ਸੁਣਦੀ ਪਈ ਹੈ, ਉਹਨਾਂ ਨੂੰ ਨਵੀਂ ਕੀ ਜਾਣਕਾਰੀ ਦੇ ਬਾਰੇ ਕੀ ਦੱਸੋਗੇ? ਇਹਨਾਂ ਜੀ ਅਸੀਂ ਆਪਣੇ ਵੱਡਿਆਂ ਕੋਲੋਂ ਸੁਣਿਆ ਹੈ ਕਿ ਜਿਸ ਟਾਈਮ ਬਾਬਾ ਜੀ ਗੁਰੂ ਨਾਨਕ ਇੱਥੇ ਤਸ਼ਰੀਫ ਲੈ ਕੇ ਆਏ ਨੇ ਬਿਜ਼ਨਸ ਦੀ ਗਰਜ਼ ਦੇ ਨਾਲ, ਉੱਥੋਂ ਕੁਝ ਪੈਸੇ ਲੈ ਕੇ ਆਏ ਨੇ ਤੇ ਉਹ ਇੱਥੇ ਆ ਕੇ ਜਿਸ ਟਾਈਮ ਉਹਨਾਂ ਲੋਕਾਂ ਦੇ ਹਾਲਾਤ ਵੇਖੇ, ਕੁਝ ਸਾਧੂ ਬੈਠੇ ਸਨ, ਕਾਫੀ ਦਿਨਾਂ ਤੋਂ ਭੁੱਖੇ ਸਨ, ਉਹਨਾਂ ਕੁਝ ਖਾਧਾ ਨਹੀਂ ਸੀ, ਤੇ ਉਹਨਾਂ ਆਪਣਾ ਜਿਹੜਾ ਸਾਰੀ ਰਕਮ ਹੈ, ਆਪਣਾ ਸਾਰਾ ਸਰਮਾਇਆ ਜਿਹੜਾ ਹੈ ਉਹਨਾਂ ਦੇ ਵਿੱਚ ਉਹ ਤਕਸੀਮ ਕਰ ਦਿੱਤਾ। ਤਕਸੀਮ ਕਰਨ ਤੋਂ ਬਾਅਦ ਉਹ ਵਾਪਸ ਉਹਨਾਂ ਜਦੋਂ ਆਪਣਾ ਸਫ਼ਰ ਜਿਹੜਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਇੱਕ ਜਿਹੜੀ ਇੱਥੇ ਗੱਲ ਮਸ਼ਹੂਰ ਹੈ ਉਹ ਦੱਸ ਰਿਹਾ ਤੁਹਾਨੂੰ ਕਿ ਉਹਨਾਂ ਦੇ ਦਿਲ 'ਚ ਇਹ ਸੀ ਕਿ ਮੈਂ ਘਰ ਜਾ ਕੇ ਕੀ ਜਵਾਬ ਦੇਣਾ ਹੈ ਕਿ ਮੈਂ ਕਿਹੜਾ ਸੌਦਾ ਖਰੀਦ ਕੇ ਲਿਆਇਆ, ਕੀ ਚੀਜ਼ ਮੈਂ ਉੱਥੋਂ ਲੈ ਕੇ ਆਇਆ ਹਾਂ ਮੰਡੀ ਚੂੜਕਾਨਾ ਤੋਂ। ਤੇ ਉਹਨਾਂ ਇਸ ਜਗ੍ਹਾ ਤੋਂ ਆਪਣੇ ਜਿਹੜੀਆਂ ਬੋਰੀਆਂ ਸਨ ਉਹਨਾਂ ਦੇ ਵਿੱਚ ਮਿੱਟੀ ਭਰ ਲਈ। ਜਦਕਿ ਇਸ ਤੋਂ ਥੋੜ੍ਹੀ ਜਿਹੀ ਅੱਗੇ ਵੀ ਗੱਲ ਜਿਹੜੀ ਹੈ ਇੱਥੇ ਮਸ਼ਹੂਰ ਹੈ ਕਿ ਜਿਸ ਟਾਈਮ ਉੱਥੇ ਉਹਨਾਂ ਬਜ਼ੁਰਗਾਂ ਨੇ ਉਹ ਬੋਰੀਆਂ ਖੋਲ੍ਹੀਆਂ ਤੇ ਉਹ ਮਿੱਟੀ ਦੀ ਜਗ੍ਹਾ 'ਤੇ ਉਹ ਸ਼ੱਕਰ ਬਣੀ ਹੋਈ ਸੀ। ਇਸ ਗੱਲ ਤੇ ਦਾ ਮਤਲਬ ਹੈ ਪਤਾ ਨਹੀਂ ਕਿ ਹਕੀਕਤ ਦੇ ਨਾਲ ਇਹਦਾ ਕਿੰਨਾ ਕੁ ਤਾਲੁਕ ਹੈ, ਲੇਕਿਨ ਮਸ਼ਹੂਰ ਜਿਹੜੀ ਗੱਲ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਥੇ। ਕਿੰਨੇ ਵਰ੍ਹਿਆਂ ਤੋਂ ਤੁਸੀਂ ਇਹ ਬਿਲਡਿੰਗ ਨੂੰ ਵੇਖਦੇ ਪਏ ਹੋ? ਅਸੀਂ ਜੀ ਮੈਂ ਤੇ ਬਹੁਤ ਬਚਪਨ ਤੋਂ ਇਹਨੂੰ ਇਸ ਬਿਲਡਿੰਗ ਨੂੰ ਵੇਖ ਰਿਹਾ ਵਾਂ, ਤਕਰੀਬਨ ਕੋਈ 25 ਸਾਲ ਤੋਂ 22 ਸਾਲ ਤੋਂ ਵੇਖ ਰਿਹਾ। ਲੇਕਿਨ ਇਹ ਬਿਲਡਿੰਗ ਜਿਹੜੀ ਹੈ ਇਹ ਬਹੁਤ ਪੁਰਾਣੀ ਇੱਥੇ ਮੌਜੂਦ ਹੈ। ਇਹਨੂੰ ਕੁਝ ਸੈਂਕੜੋ ਮਤਲਬ ਸਦੀ ਤੋਂ 1.5 ਸਦੀ ਤੋਂ ਜ਼ਿਆਦਾ ਤੋਂ ਲੋਕ ਜਿਹੜੇ ਨੇ ਇਸ ਬਿਲਡਿੰਗ ਨੂੰ ਜਾਣਦੇ ਨੇ, ਜਿਹੜੇ ਇੱਥੇ ਦੇ ਵਸਿੰਦੇ ਨੇ। ਜਿਹੜੇ ਸਾਡੇ ਮਹਿਮਾਨ ਆਉਂਦੇ ਨੇ, ਸਿੱਖ ਕਮਿਊਨਿਟੀ ਆਉਂਦੀ ਹੈ, ਉਹ ਕਦੀ ਚੱਕਰ ਲਾਉਂਦੀ ਹੈ ਜੀ? ਉਹਨਾਂ ਨੂੰ ਅਗਰ ਦਸੀਏ ਤੇ ਉਹ ਫਿਰ ਉਹ ਇੱਥੇ ਚੱਕਰ ਲਾਉਂਦੇ ਨੇ ਤੇ ਬੜਾ ਉਹ ਖੁਸ਼ ਹੁੰਦੇ ਨੇ ਇਸ ਜਗ੍ਹਾ ਨੂੰ ਵੇਖ ਕੇ। ਤੇ ਵਕਾਸ ਸਾਹਿਬ, ਮੈਂ ਸੱਚਖੰਡ ਦੇ ਇਸ ਮੁਕਾਮ ਤੇ ਅਸੀਂ ਦੋਵੇਂ ਮੌਜੂਦ ਹਾਂ। ਤੁਸੀਂ ਆਪਣੇ ਸਿੱਖ ਕਮਿਊਨਿਟੀ ਸੁਣਨ ਵਾਲਿਆਂ ਨੂੰ ਕੀ ਸੱਦਿਆ ਦੇਣਾ ਚਾਹੋਗੇ, ਕੀ ਉਹਨਾਂ ਨੂੰ ਦੱਸੋਗੇ, ਇਸ ਜਗ੍ਹਾ ਤੇ ਕੀ ਮੈਸੇਜ ਦੇਣਾ ਚਾਹੋਗੇ? ਮੈਂ ਮੈਸੇਜ ਹੀ ਸਾਫ਼ ਹੈ ਕਿ ਇਹ ਉਹਨਾਂ ਦੀ ਇੱਕ ਮੁਕੱਦਸ ਜਗ੍ਹਾ ਹੈ ਜਿਹੜੀ ਬਾਬਾ ਜੀ ਦੇ ਕਮ ਅਜ਼ ਕਮ ਨਾਮ ਨਾਲ ਮਨਸੂਬ ਹੈ, ਜਿਹੜੀ ਉਹਨਾਂ ਦੇ ਨਾਮ ਦੇ ਨਾਲ ਜੁੜੀ ਹੋਈ ਹੈ। ਤੇ ਇਹਦਾ ਵੀ ਜਿਹੜਾ ਹੈ ਉਹ ਜ਼ਰੂਰ ਉਹਨਾਂ ਨੂੰ ਆ ਕੇ ਤੇ ਉਹ ਇੱਕ ਵਾਰੀ ਜ਼ਿਆਰਤ ਕਰਨੀ ਚਾਹੀਦੀ ਹੈ, ਵੇਖਣਾ ਚਾਹੀਦਾ ਹੈ, ਇੱਥੇ ਉਹਨਾਂ ਨੂੰ ਮੱਥਾ ਟੇਕਣਾ ਚਾਹੀਦਾ ਹੈ। ਇਹਦੀ ਹਿਫਾਜ਼ਤ ਵਾਸਤੇ ਇਹਦੇ ਕੁਛ ਇੰਤਜ਼ਾਮਾਤ ਕਰਨੇ ਚਾਹੀਦੇ ਨੇ। ਗੌਰਮੈਂਟ ਸਾਡੀ ਪਾਕਿਸਤਾਨ ਨੂੰ ਵੀ ਇਸ ਚੀਜ਼ ਦੇ ਮੁਤਲਕ ਜਿਹੜਾ ਹੈ ਉਹ ਥੋੜ੍ਹੀ ਜਿਹੀ ਸੋਚਣਾ ਚਾਹੀਦਾ ਹੈ ਕਿ ਇੱਕ ਮੁਕੱਦਸ ਮਕਾਮ ਹੈ ਤੇ ਸੱਚ ਅਖੰਡ। ਵੇਖੋ ਜੀ, ਇਹ ਬਿਲਡਿੰਗ ਕਈ ਸਦੀਆਂ ਤੋਂ ਇੱਥੇ ਮੌਜੂਦ ਹੈ ਤੇ ਪਾਕਿਸਤਾਨ ਦੀ ਹਕੂਮਤ ਤੇ ਪਾਕਿਸਤਾਨ ਦੇ ਲੋਕ ਜਦੋਂ ਵੀ ਸਿੱਖ ਕਮਿਊਨਿਟੀ ਆਪਣਾ ਇੱਥੇ ਆਂਦੀ ਹੈ, ਆਪਣੇ ਨਨਕਾਣਾ ਸਾਹਿਬ ਦੇ ਵਿੱਚ, ਕਰਤਾਰਪੁਰ ਦੇ ਵਿੱਚ, ਸੱਚੇ ਸੌਦੇ, ਤੇ ਅਸੀਂ ਆਪਣੇ ਦਿਲ ਖੋਲ ਛੱਡਦੇ ਹਾਂ। ਇਹ ਸੱਦਾ ਵੇ ਲਹਿੰਦੇ ਪੰਜਾਬ ਦਾ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਕਿ ਆਈਏ, ਰਲ ਮਿਲ ਕੇ, ਮਸਲਕ ਤੋਂ ਹਟ ਕੇ ਇੱਕ ਦੂਸਰੇ ਦੇ ਨਾਲ ਪਿਆਰ ਕਰੀਏ, ਅਸੀਂ ਮੁਹੱਬਤਾਂ ਵੰਡ ਕੇ ਤੇ ਇਹਨਾਂ ਲੋਕਾਂ ਨੂੰ ਆਪਣੇ ਨਾਲ ਜੋੜੀਏ। ਤੇ ਇਹ ਇਮਾਰਤਾਂ ਨੇ ਜਿਹੜੀਆਂ ਦਿਲਾਂ ਨੂੰ ਜੋੜਦੀਆਂ ਨੇ।